300 यूनिट का रौला आ कहते सी 1 अप्रैल तो केजरीवाल साहब कहते ना कट्टड़ ईमानदार हूँ मैं कहते ਮੰਨਦੇ हो ना कहते हैं ना मैं कट्टड़ राष्ट्रवादी हूँ तो कट्टड़ राष्ट्रवादी तो कट्टड़ ईमानदार झूठ क्यों बोलता जे ईमानदारी तेरी डाउट च आ गई ना जब तू कहना 1 अप्रैल ਨੂੰ 300 यूनिट दूंगा ਇਹਦਾ मतलब तू कहना इन्हें इंटरव्यू च क्या होया मैं पूरी तैयारी करके चलता हूँ जी मैं पहले प्लानिंग लेके चलता हूँ क्या कितने गई तेरी प्लानिंग बई बीजेपी ने कहा सी भारतीय जनता पार्टी ने मोदी साहब ने कहा सी कि बई 1 अप्रैल ਨੂੰ ਤੁਸੀਂ ਕਹਿ ਦੇਣਾ ਆ ਕਿ 300 ਯੂਨਿਟ ਫ੍ਰੀ ਦੇਵਾਂਗੇ ਜਦੋਂ 300 ਯੂਨਿਟ ਦੀ ਤੁਸੀਂ ਡੇਟ ਦਿੱਤੀ ਹੈ 1 ਅਪ੍ਰੈਲ ਤੇ 16 ਅਪ੍ਰੈਲ ਨੂੰ ਤੁਸੀਂ ਕਹਿ ਰਹੇ ਹੋ ਖੁਸ਼ਖਬਰੀ ਦਊਂਗਾ ਮੈਂ ਖੁਸ਼ਖਬਰੀ ਕਾਦੀ ਅਗਲਾ ਲੋਲੀਪੌਪ ਦੇਤਾ 1 ਜੁਲਾਈ ਤੱਕ ਦਾ ਵੀ 1 ਜੁਲਾਈ ਨੂੰ ਅਸੀਂ 300 ਯੂਨਿਟ ਦੇਵਾਂਗੇ ਪਰ ਮੰਥ ਫ੍ਰੀ ਤੇ ਉਹਦੇ ਚ ਕਰ ਕੀ ਰਹੇ ਨੇ ਅੱਜ ਤੱਕ ਪਹਿਲੀ ਵਾਰੀ ਕਿਸੇ ਨੇ ਜਾਤ ਪਾਤ ਦੇ ਵਿੱਚ ਬਿਜਲੀ ਵੰਡੀ ਹੈ ਇਹ ਕੱਲ ਨੂੰ ਹਵਾ ਵੰਡਣਗੇ ਆਕਸੀਜਨ ਵੰਡਣਗੇ ਕੱਲ ਨੂੰ ਸੂਰਜ ਦੀ ਰੋਸ਼ਨੀ ਵੰਡ ਦੇਣਗੇ ਵੀ ਜਰਨਲ ਵਾਲਿਆਂ ਨੂੰ ਘੱਟ ਮਿਲੂਗੀ ਤੇ ਦੂਜਿਆਂ ਨੂੰ ਅਸੀਂ ਜ਼ਿਆਦਾ ਦੇਣੀ ਕਿਉਂਕਿ ਵੋਟਾਂ ਪੱਕੀਆਂ ਕਰਨੀਆਂ ਨੇ ਹੁਣ 300 ਯੂਨਿਟ ਦਾ ਰੌਲਾ ਆ ਕਹਿੰਦੇ ਸੀ 1 ਅਪ੍ਰੈਲ ਤੋਂ ਕੇਜਰੀਵਾਲ ਸਾਹਿਬ ਕਹਿੰਦੇ ਨਾ ਕੱਟੜ ਈਮਾਨਦਾਰ ਹੂੰ ਮੈਂ ਕਹਿੰਦੇ ਮੰਨਦੇ ਹੋ ਨਾ ਕਹਿੰਦੇ ਆ ਨਾ ਮੈਂ ਕੱਟੜ ਰਾਸ਼ਟਰਵਾਦੀ ਹੂੰ ਤੇ ਕੱਟੜ ਰਾਸ਼ਟਰਵਾਦੀ ਤੇ ਕੱਟੜ ਈਮਾਨਦਾਰ ਝੂਠ ਕਿਉਂ ਬੋਲਦਾ ਜੇ ਈਮਾਨਦਾਰੀ ਤੇਰੀ ਡਾਊਟ ਚ ਆ ਗਈ ਨਾ जब तू कहना 1 अप्रैल ਨੂੰ 300 यूनिट दूंगा ਇਹਦਾ मतलब तू कहना इन्हें इंटरव्यू च क्या होया मैं पूरी तैयारी करके चलता हूँ जी मैं पहले प्लानिंग लेके चलता हूँ क्या कितने गई तेरी प्लानिंग बई 1 अप्रैल तो क्यों नहीं ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਦੇਖੋ ਹਲੇ ਮਹੀਨਾ ਪੂਰਾ ਹੋਇਆ ਰਿਪੋਰਟ ਸੁਣ ਲਓ ਸਮਾਂ ਮੈਂ ਕਿਹਾ ਸੀ ਉਹਨੂੰ ਬੀਜੇਪੀ ਨੇ ਕਿਹਾ ਸੀ ਭਾਰਤੀ ਜਨਤਾ ਪਾਰਟੀ ਨੇ ਮੋਦੀ ਸਾਹਿਬ ਨੇ ਕਿਹਾ ਸੀ ਕਿ ਬਈ 1 ਅਪ੍ਰੈਲ ਨੂੰ ਤੁਸੀਂ ਕਹਿ ਦੇਣਾ ਆ ਕਿ 300 ਯੂਨਿਟ ਫ੍ਰੀ ਦੇਵਾਂਗੇ ਜਦੋਂ 300 ਯੂਨਿਟ ਦੀ ਤੁਸੀਂ ਡੇਟ ਦਿੱਤੀ ਹੈ 1 ਅਪ੍ਰੈਲ ਤੇ 16 ਅਪ੍ਰੈਲ ਨੂੰ ਤੁਸੀਂ ਕਹਿ ਰਹੇ ਹੋ ਖੁਸ਼ਖਬਰੀ ਦਊਂਗਾ ਮੈਂ ਖੁਸ਼ਖਬਰੀ ਕਾਦੀ ਅਗਲਾ ਲੋਲੀਪੌਪ ਦੇਤਾ 1 ਜੁਲਾਈ ਤੱਕ ਦਾ ਵੀ 1 ਜੁਲਾਈ ਨੂੰ ਅਸੀਂ 300 ਯੂਨਿਟ ਦੇਵਾਂਗੇ ਪਰ ਮੰਥ ਫ੍ਰੀ ਤੇ ਉਹਦੇ ਚ ਕਰ ਕੀ ਰਹੇ ਨੇ ਅੱਜ ਤੱਕ ਪਹਿਲੀ ਵਾਰੀ ਕਿਸੇ ਨੇ ਜਾਤ ਪਾਤ ਦੇ ਵਿੱਚ ਬਿਜਲੀ ਵੰਡੀ ਹੈ ਇਹ ਕੱਲ ਨੂੰ ਹਵਾ ਵੰਡਣਗੇ ਆਕਸੀਜਨ ਵੰਡਣਗੇ ਕੱਲ ਨੂੰ ਸੂਰਜ ਦੀ ਰੋਸ਼ਨੀ ਵੰਡ ਦੇਣਗੇ ਵੀ ਜਰਨਲ ਵਾਲਿਆਂ ਨੂੰ ਘੱਟ ਮਿਲੂਗੀ ਤੇ ਦੂਜਿਆਂ ਨੂੰ ਅਸੀਂ ਜ਼ਿਆਦਾ ਦੇਣੀ ਕਿਉਂਕਿ ਵੋਟਾਂ ਪੱਕੀਆਂ ਕਰਨੀਆਂ ਨੇ ਸਰਦਾਰ ਸਾਹਿਬ 300 ਯੂਨਿਟ 1 ਮਹੀਨੇ ਦੇ 300 ਯੂਨਿਟ ਹੋਰ ਲਾ ਲਓ 2 ਮਹੀਨੇ ਦੇ ਜੇ 2 ਮਹੀਨੇ ਦਾ ਬਿੱਲ ਆਉਂਦਾ ਜੇ 601 ਬਿੱਲ ਆ ਗਿਆ ਤਾਂ ਜਿਹੜਾ ਜਨਰਲ ਵਾਲਾ ਉਹ ਦਊਗਾ 4270 ਰੁਪਏ ਤੇ ਜਿਹੜਾ ਦੂਜਾ ਜਿਨ੍ਹਾਂ ਨੂੰ ਰਿਆਇਤਾਂ ਦੇ ਰਿਹਾ ਮੇਰੇ ਭਰਾਵਾਂ ਨੂੰ ਮੇਰੇ ਸਾਡੇ ਵੀ ਸਤਿਕਾਰਯੋਗ ਪਰਿਵਾਰ ਨੇ ਉਹ ਦੇਣਗੇ ਸਿਰਫ 7 ਰੁਪਏ ਉਹ 1 ਯੂਨਿਟ ਦਾ ਪੈਸਾ ਦੇਣਗੇ 7 ਰੁਪਏ ਤੇ ਜਿਹੜਾ ਜਨਰਲ ਕੈਟਾਗਰੀ ਵਾਲਾ ਉਹ ਬਾਈ ਜੀ 4207 ਦਊਗਾ ਉਹਨੂੰ ਦੂਜਿਆਂ ਨੂੰ 600 ਮਾਫ ਤੇ ਇਹਨੂੰ 601 ਦਾ ਪੂਰੇ ਦਾ ਬਿੱਲ ਦੇਣਾ ਪਊਗਾ ਜਨਰਲ ਵਾਲੇ ਨੇ ਗੁਨਾਹ ਕਰਤਾ ਭਾਜੀ ਜਿਹੜਾ ਜਰਨਲ ਵਾਲਾ ਕੋਈ ਵੀ ਬੰਦਾ ਆ ਉਹ ਵਿਚਾਰਾ ਕਿੱਥੇ ਲਿਖਿਆ ਕਿਹੜੀ ਡਿਕਸ਼ਨਰੀ ਕਿਹੜੇ ਸੰਵਿਧਾਨ 'ਚ ਲਿਖਿਆ ਜਿੱਥੇ BR ਅੰਬੇਦਕਰ ਜੀ ਦੀ ਫੋਟੋ ਲਾਈ ਵੀ ਹਰ ਜਨਰਲ ਵਾਲਾ ਬਹੁਤ ਅਮੀਰ ਹੈ ਤੇ ਉਹ ਬੜਾ ਚੰਗੀ ਰੋਟੀ ਖਾਂਦਾ SC ST ਵਾਲੇ ਭਾਜੀ ਕਈ ਬੰਦੇ ਬਹੁਤ ਚੰਗੀਆਂ ਤਨਖਾਹਾਂ 'ਤੇ ਨੇ ਬਹੁਤ ਚੰਗੀ ਰੋਟੀ ਖਾਂਦੇ ਨੇ ਤੁਸੀਂ ਆਰਥਿਕ ਤੌਰ 'ਤੇ ਦੇਖੋ ਨਾ ਤੁਸੀਂ ਇਹ ਚੀਜ਼ ਫਾਰਮ ਜਦੋਂ ਭਰਾਏ ਸੀ ਇਹਨਾਂ ਨੇ ਪਿੰਡ ਜਾ ਕੇ ਉਦੋਂ ਕਦੀ ਜਰਨਲ ਤੇ SC ST ਨੂੰ ਵੰਡਿਆ ਸੀ ਨਹੀਂ ਵੰਡਿਆ ਅੱਛਾ ਜਦੋਂ ਇਹ ਸਵਾਲ ਜਦੋਂ ਕੀਤੇ ਜਾਂਦੇ ਨੇ ਕਿ ਜਰਨਲ ਕੈਟੇਗਰੀ ਨੂੰ ਕਿਉਂ ਦੂਰ ਰੱਖਿਆ ਜਾ ਰਿਹਾ ਇੱਦਾਂ ਤੇ ਉਹ ਸਵਾਲਾਂ ਦੇ ਜਵਾਬ ਇਹ ਦਿੰਦੇ ਨਜ਼ਰ ਆਉਂਦੇ ਨੇ ਕਿ AC ਯੂਜ਼ ਘੱਟ ਕਰਨਗੇ ਬਿਜਲੀ ਦਾ ਉਪਯੋਗ ਘੱਟ ਕਰਨਗੇ ਜਿਹਦੇ ਕਰਕੇ 600 ਯੂਨਿਟ ਬਚ ਸਕਦੀ ਹੈ ਉਹਨਾਂ ਨੂੰ ਬਚਾਉਣਾ ਆਪ ਸਿੱਖਣਾ ਪਊਗਾ ਮਤਲਬ ਉਹ ਸਲਾਹ ਦੇ ਰਹੇ ਨੇ ਸਾਰੇ ਵਿਧਾਇਕ ਕਿ ਸਾਨੂੰ ਬਚਾਉਣਾ ਜਿਹੜਾ ਉਹ ਸਿੱਖਣਾ ਪਊਗਾ ਇਹ 600 ਯੂਨਿਟ ਫ੍ਰੀ ਲੈਣ ਦੇ ਭਾਜੀ ਸਰਦਾਰ ਕੁਲਵੰਤ ਸਿੰਘ ਨੇ ਇੱਥੋਂ ਦੇ MLA ਮੋਹਾਲੀ ਦੇ 238 ਕਰੋੜ ਰੁਪਏ ਦੀ ਜਾਇਦਾਦ ਹੈ ਉਹਨਾਂ ਦੀ SC ST ਨੂੰ ਬਿਲੋਂਗ ਕਰਦੇ ਨੇ ਉਹ 238 ਕਰੋੜ ਰੁਪਏ ਵਾਲੀ ਜਾਇਦਾਦ ਵਾਲੇ ਨੂੰ ਉਹਨੂੰ ਭਾਜੀ 600 ਯੂਨਿਟ ਫ੍ਰੀ 600 ਯੂਨਿਟਾਂ ਤੋਂ ਬਾਅਦ ਜਿੰਨੀਆਂ ਯੂਨਿਟਾਂ ਯੂਜ਼ ਕਰੂਗਾ ਉਹਦੇ ਪੈਸੇ ਆਉਣਗੇ ਤੇ ਨਰਿੰਦਰ ਕੌਰ ਭਰਾਜ ਇਹਨਾਂ ਦੀ ਹੋਈ MLA ਹੈ ਉਹ SC ST ਨਹੀਂ ਹੈਗੀ ਉਹਦਾ 24000 ਰੁਪਏ ਇਹਨਾਂ ਨੇ ਦਿਖਾਇਆ ਕਿ ਉਹਦੇ ਅਕਾਊਂਟ 'ਚ 24000 ਰੁਪਇਆ ਸੀਗਾ ਹੈ ਨਾ ਵੀ ਗਰੀਬ ਘਰ ਦੀ ਕੁੜੀ ਹੈ ਪਰ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੀ ਹੈ 238 ਕਰੋੜ ਤੇ 24000 ਰੁਪਇਆ ਕਿਉਂਕਿ MLA ਬਣ ਗਈ ਨਰਿੰਦਰ ਕੌਰ ਭਰਾਜ ਤਾਂ ਹੋ ਸਕਦਾ ਸਰਕਾਰ ਉਹਦਾ ਬਿੱਲ ਦੇ ਦੂਗੀ ਭਾਜੀ ਉਹੋ ਜਿਹੇ ਕਿੰਨੇ ਹੀ ਜਰਨਲ ਕੈਟਾਗਰੀ ਇਹਨਾਂ ਦੇ MLAਆਂ ਵਰਗੇ ਹੀ ਕਈ ਹੋਣਗੇ ਉਹ ਕਿੱਥੋਂ ਦੇਣਗੇ ਪੈਸੇ ਭਾਜੀ ਤੁਸੀਂ ਇਹ ਜਿਹੜੀ ਫ੍ਰੀ ਬੀਜ਼ ਹੈ ਨਾ ਭਾਜੀ ਦੇਰ ਆਰ ਨੋ ਫ੍ਰੀ ਲੰਚਿਸ ਇਨ ਦਿਸ ਸੋਸਾਇਟੀ ਕੁਛ ਵੀ ਫ੍ਰੀ ਨਹੀਂ ਮਿਲਦਾ ਕੈਨੇਡਾ ਅਮਰੀਕਾ ਯੂਰਪ ਉੱਥੇ ਭਾਜੀ ਕੌਣ ਦਿੰਦਾ ਵੀ ਬਿਜਲੀ ਦਾ ਬਿੱਲ ਨਾ ਦਿਓ ਜੀ ਤੁਹਾਨੂੰ ਫ੍ਰੀ ਉਹ ਦੇਸ਼ ਹੀ ਡੁੱਬ ਜਾਣਗੇ ਇਹਨਾਂ ਨੇ ਭਾਜੀ ਪੰਜਾਬ ਦੇ ਵਿੱਚ ਅੱਜ ਤੱਕ ਜਾਤ ਪਾਤ ਦੀਆਂ ਲੜਾਈਆਂ ਨਹੀਂ ਹੋਈਆਂ ਇਹ ਜਾਤ ਪਾਤ ਅਰਾਜਕਤਾ ਲੈ ਕੇ ਛੱਡਣਗੇ ਇਸ ਤਰੀਕੇ ਨਾਲ
ਕਿਉਂਕਿ ਜਨਰਲ ਕੈਟਾਗਰੀ ਅਗਲੀ ਕਹੂਗੀ ਸਾਡੇ ਪਿੱਠ 'ਚ ਕਿਉਂ ਛੁਰਾ ਮਾਰ ਰਹੇ ਹੋ ਬਾਈ ਜੀ, ਕਿੱਥੇ ਲਿਖਿਆ ਮੇਰੇ ਮੂੰਹ ਤੇ, ਮੇਰੇ ਬੈਂਕ ਬੈਲੈਂਸ ਚੈੱਕ ਕਰੋ, ਮੇਰੇ ਘਰੇ ਕਿੰਨਾ ਪੈਸਾ ਆਉਂਦਾ। ਔਰ ਜਨਰਲ ਕੈਟਾਗਰੀ ਵਾਲਿਆਂ ਦਾ ਕੀ ਗੁਨਾਹ ਭਾਜੀ ਕਿ ਉਹਨਾਂ ਨੂੰ ਪੂਰਾ ਦੇਣਾ ਪਊਗਾ ਤੇ ਦੂਜਿਆਂ ਨੂੰ ਬਿਲਕੁਲ ਨਹੀਂ ਦੇਣਾ।